प्यारे ते सत्कारत दर्शकों, एक बार फिर अजीत हमदर्द चैनल हाਜ਼ਰ है ਤੁਹਾਡੀ ਖidmat 'ਚ। ਅੱਜ ਅਸੀਂ ਪੰਜਾਬ ਦੇ ਸੱਚ ਦੀ ਗੱਲ ਕਰਾਂਗੇ। ਉਸ ਪੀੜ ਦੀ ਗੱਲ ਕਰਾਂਗੇ ਜੋ ਪੰਜਾਬ ਨੇ ਲੰਮਾ ਸਮਾਂ ਹੰਢਾਈ। ਉਹ ਪੀੜ ਹੰਢਾਉਣ ਤੋਂ ਬਾਅਦ ਕੀ ਪੰਜਾਬ ਦੀ ਸਾਰੀ ਪੀੜ ਖਤਮ ਹੋ ਗਈ ਜਾਂ ਉਹ ਉਸੇ ਤਰ੍ਹਾਂ ਹਾਲੇ ਵੀ ਜਾਰੀ ਹੈ, ਇਹ ਵੀ ਗੱਲ ਹੋਵੇਗੀ। ਪੰਜਾਬ ਦੇ ਵਿੱਚ ਬੀਤੇ ਸਮੇਂ ਕਿਹਾ ਜਾਂਦਾ ਹੈ ਕਾਲਾ ਦੌਰ ਆਇਆ ਸੀ। ਉਹ ਕਾਲਾ ਦੌਰ ਕੀ ਸੀ, ਕਿਸ ਦਾ ਪੈਦਾ ਕੀਤਾ ਸੀ, ਇਹ ਲੰਮੀ ਚਰਚਾ ਦਾ ਵਿਸ਼ਾ ਹੈ। ਇਸ ਦੇ ਵਿੱਚ ਅਸੀਂ ਨਾ ਜਾਂਦੇ ਹੋਏ ਉਸ ਦੌਰ ਦੇ ਕੁਝ ਹਿੱਸਿਆਂ ਦਾ ਹੀ ਜ਼ਿਕਰ ਕਰਾਂਗੇ। ਪਿਆਰੇ ਦਰਸ਼ਕੋ, ਅੱਜ ਦਾ ਵਿਸ਼ਾ ਭਾਵੁਕ ਹੈ। ਮੈਂ ਪਹਿਲਾਂ ਹੀ ਸਭ ਨੂੰ ਬੇਨਤੀ ਕਰ ਲਾਂ ਕਿ ਚੈਨਲ ਅਜੀਤ ਹਮਦਰਦ ਨੂੰ ਮਿਹਰਬਾਨੀ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਕਿਉਂਕਿ ਅਸੀਂ ਸੱਚ ਦਾ ਜੋ ਸਿਲਸਿਲਾ ਸ਼ੁਰੂ ਕਰਾਂਗੇ ਉਸ ਦੇ ਤਹਿਤ ਸਮੇਂ-ਸਮੇਂ ਅਜਿਹੇ ਵੀਡੀਓਜ਼ ਤੁਹਾਨੂੰ ਅਪੜਦੇ ਹੋਣਗੇ। ਹਰ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ, ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਉਪਰੰਤ ਬੈਲ ਆਈਕਨ ਜ਼ਰੂਰ ਦਬਾ ਦੇਣਾ ਤਾਂ ਕਿ ਲੇਟੈਸਟ ਨੋਟੀਫਿਕੇਸ਼ਨਸ ਤੁਹਾਡੇ ਤੱਕ ਤੁਰੰਤ ਪਹੁੰਚ ਸਕਣ। ਅੱਤਵਾਦ ਦੇ ਬੱਦਲ ਪੰਜਾਬ ਤੇ ਛਾਏ, ਉਹਦੇ ਕੀ ਕਾਰਨ ਸੀ ਕੀ ਨਹੀਂ, ਇਹ ਗੱਲ ਅਸੀਂ ਨਹੀਂ ਕਰਾਂਗੇ। ਅਸੀਂ ਇਹ ਵੀ ਨਹੀਂ ਕਰਾਂਗੇ ਕਿ ਉਸ ਨੂੰ ਸਰਕਾਰਾਂ ਦੁਆਰਾ ਕਿਸ ਡਿਗਰੀ ਦੀ ਸੋਚ ਵਰਤ ਕੇ ਦਬਾਇਆ ਗਿਆ। ਅਸੀਂ ਸਿਰਫ ਉਸ ਸਮੇਂ ਦੇ ਪੈਣ ਵਾਲੇ ਪ੍ਰਭਾਵ ਜੋ ਅੱਜ ਵੀ ਸਾਡੇ ਉੱਪਰ ਪੈ ਰਹੇ ਨੇ ਉਹਨਾਂ ਦੀ ਗੱਲ ਕਰਾਂਗੇ। ਅਸੀਂ ਉਸ ਸੱਚ ਦੀ ਗੱਲ ਕਰਾਂਗੇ ਜੋ ਸਾਨੂੰ ਸਮੇਂ-ਸਮੇਂ ਸੱਚ ਕਹਿ ਕੇ ਵਿਖਾਇਆ ਗਿਆ, ਪਰ ਅਸਲ ਦੇ ਵਿੱਚ ਉਹ ਸ਼ਾਇਦ ਸੱਚ ਨਹੀਂ ਸੀ। ਕੀ ਅਸਲ ਸੱਚ ਲੋਕਾਂ ਦੇ ਸਾਹਮਣੇ ਆਵੇਗਾ? ਕੀ ਸਹੀ ਤਸਵੀਰ ਲੋਕਾਂ ਨੂੰ ਮਿਲ ਪਾਏਗੀ ਜਾਂ ਸਵਾਰਥੀਆਂ ਵਿਅਕਤੀਆਂ ਵੱਲੋਂ ਘੜੀ ਗਈ ਆਪਣੀ ਡੈਫੀਨੇਸ਼ਨ ਲੋਕਾਂ ਦੇ ਸਾਹਮਣੇ ਆਏਗੀ? ਪਿਆਰੇ ਦਰਸ਼ਕੋ, ਇਹ ਵਿਸ਼ਾ ਭਾਵੁਕ ਹੋਣ ਦਾ ਹੈ। ਇਹ ਵਿਸ਼ਾ ਮਨ ਤੇ ਜ਼ੋਰ ਪਾਉਣ ਦਾ ਹੈ। ਇਹ ਵਿਸ਼ਾ ਸਧਾਰਨ ਨਹੀਂ। ਇਹ ਵਿਸ਼ਾ ਲਹੂ ਦਾ ਵਿਸ਼ਾ ਹੈ, ਵਿਰਸੇ ਦਾ ਵਿਸ਼ਾ ਹੈ, ਪੀੜ ਦਾ ਵਿਸ਼ਾ ਹੈ। ਇਹਦੇ ਪਿੱਛੇ ਰਾਜਨੀਤਿਕ ਕਾਰਨ ਸਨ ਜਾਂ ਕੋਈ ਹੋਰ ਕਾਰਨ, ਇਹਦੇ ਬਾਰੇ ਅਸੀਂ ਨਹੀਂ ਗੱਲ ਕਰਾਂਗੇ। ਅਸੀਂ ਸਿਰਫ ਉਸ ਪੀੜ ਦੀ ਤੇ ਬਾਅਦ ਵਿੱਚ ਸਮੇਂ-ਸਮੇਂ ਸਰਕਾਰਾਂ ਦੇ ਰਵੱਈਏ ਦੀ ਗੱਲ ਕਰਾਂਗੇ। ਅਸੀਂ ਗੱਲ ਕਰਾਂਗੇ ਉਸ ਬੋਝ ਦੀ ਜੋ ਸਰਕਾਰੀ ਖਜ਼ਾਨੇ ਤੇ ਲਗਾਤਾਰ ਜਾਰੀ ਹੈ। ਉਸ ਸਮੇਂ ਕੇਂਦਰ ਤੋਂ ਮਦਦ ਲਈ ਗਈ। ਕੇਂਦਰ ਸਰਕਾਰ ਨੇ ਕਰਜ਼ਾ ਦਿੱਤਾ। ਸਭ ਤੋਂ ਪਹਿਲਾ ਤੇ ਅਹਿਮ ਸਵਾਲ ਇਹੋ ਹੀ ਸੀ ਕਿ ਜੇ ਪੰਜਾਬ ਭਾਰਤ ਦਾ ਹਿੱਸਾ ਹੈ ਤਾਂ ਕੀ ਇੱਥੇ ਲੱਗੀ ਅੱਗ ਬੁਝਾਉਣਾ ਸਿਰਫ ਪੰਜਾਬ ਦਾ ਹੀ ਫਰਜ਼ ਸੀ? ਕਿ ਜੇ ਹਿੰਦੁਸਤਾਨ ਇੱਕ ਸ਼ਰੀਰ ਹੈ ਤੇ ਪੰਜਾਬ ਉਸ ਦੀ ਖੜਕ ਭੁਜਾ ਹੈ ਤਾਂ ਉਸ ਖੜਕ ਭੁਜਾ ਦੇ ਹੋਏ ਕਿਸੇ ਵੀ ਨੁਕਸਾਨ ਦੀ ਭਰਪਾਈ ਸਾਰਾ ਸ਼ਰੀਰ ਨਹੀਂ ਸੀ ਕਰਦਾ? ਪੰਜਾਬ ਉੱਪਰ ਉਸ ਕਾਲੇ ਦੌਰ ਵਿੱਚ ਕਰਜ਼ਾ ਚਾੜਿਆ ਗਿਆ। ਫੋਰਸ ਨੂੰ ਦਿੱਤੇ ਜਾਣ ਵਾਲਾ ਇਕਵਿਪਮੈਂਟ ਲੈ ਕੇ, ਫੋਰਸ ਦੇ ਖਰਚਿਆਂ ਦੀ ਗੱਲ ਕਰਕੇ, ਹਥਿਆਰਾਂ ਦੀ ਗੱਲ ਕਰਕੇ, ਗੱਡੀਆਂ ਦੀ ਗੱਲ ਕਰਕੇ ਪੰਜਾਬ ਉੱਪਰ ਕਰਜ਼ਾ ਚੜ੍ਹਦਾ ਗਿਆ। ਤੇ ਕਰਜ਼ਾ ਵੀ ਕਿਹਦਾ? ਕੇਂਦਰ ਸਰਕਾਰ ਦਾ। ਪੰਜਾਬ ਜਦੋਂ ਵੀ ਕਿਸੇ ਬਾਹਰੀ ਤਾਕਤ ਨਾਲ ਲੜਿਆ, ਅੜਿਆ, ਖੜਿਆ ਤਾਂ ਉਹ ਸਮੁੱਚੇ ਭਾਰਤ ਵਾਸਤੇ ਖੜਿਆ। ਪਹਿਲਾ ਹੀ ਸਵਾਲ ਕਿ ਕੀ ਇਸ ਤਕਲੀਫ ਦੇ ਵਿੱਚ ਪੰਜਾਬ ਨੇ ਸਾਰਾ ਕੁਝ ਆਪੇ ਹੀ ਨਜਿੱਠਣਾ ਸੀ ਔਰ ਇਕੱਲੇ ਹੀ ਨਜਿੱਠਣਾ ਸੀ? ਖੈਰ, ਕੋਈ ਗੱਲ ਨਹੀਂ।
ਪੰਜਾਬ ਨੇ ਉਹ ਸਾਰੀ ਪੀੜ ਜਰੀ। ਪੰਜਾਬ ਦੇ ਕਾਲੇ ਦੌਰ ਦੇ ਕੀ ਕਾਰਨ ਸਨ, ਉਸ ਵੇਲੇ ਨੌਜਵਾਨੀ ਦਾ ਕਿਸ ਤਰੀਕੇ ਨਾਲ ਕਿੰਨਾ ਘਾਣ ਹੋਇਆ ਤੇ ਹੋਰ ਕਿੰਨਾ ਨੁਕਸਾਨ ਹੋਇਆ, ਇਸ ਦੇ ਬਾਰੇ ਅਸੀਂ ਚਰਚਾ ਨਹੀਂ ਕਰਾਂਗੇ। ਸਾਡਾ ਅੱਜ ਦਾ ਵਿਸ਼ਾ ਕੇਵਲ ਤੇ ਕੇਵਲ ਮੌਜੂਦਾ ਸਰਕਾਰ ਵੱਲੋਂ ਹਾਲ ਹੀ ਵਿੱਚ ਦਿੱਤਾ ਗਿਆ ਬਿਆਨ ਕਿ ਉਹ ਇੱਕ ਅਜਿਹਾ ਡਾਕੂਮੈਂਟ ਤਿਆਰ ਕਰ ਰਹੀ ਹੈ, ਲੇਖਾ ਜੋਖਾ, ਜਿਸ ਦੇ ਵਿੱਚ ਪੰਜਾਬ ਦੇ ਕਰਜ਼ੇ ਦਾ ਲੇਖਾ ਜੋਖਾ ਕੀਤਾ ਜਾਏਗਾ। ਉਸ ਦੇ ਸੰਬੰਧ ਦੇ ਵਿੱਚ ਹੀ ਅਸੀਂ ਗੱਲ ਕਰਾਂਗੇ। ਸਿਰਫ ਜਦੋਂ ਇਹ ਕਰਜ਼ਾ ਚੜਿਆ ਤਾਂ ਉਸ ਸਮੇਂ ਜਾਰੀ ਕੀਤਾ ਗਿਆ ਇੱਕ ਸਫੇਦ ਪੱਤਰ, ਸਮਕਾਲੀ ਸਰਕਾਰ ਨੇ ਇੱਕ ਵਾਈਟ ਪੇਪਰ ਜਾਰੀ ਕਰਕੇ ਬਲੂ ਸਟਾਰ ਦੇ ਸੰਬੰਧ ਦੇ ਵਿੱਚ ਵੇਰਵੇ ਜੋ ਹੈ ਉਹ ਸਪਸ਼ਟ ਕੀਤੇ ਸਨ ਕਿ ਉਸ ਵੇਲੇ ਪੰਜਾਬ ਦੇ ਕੀ ਹਾਲਾਤ ਸਨ, ਉਸ ਦਾ ਦੇਸ਼ ਦੇ ਉੱਪਰ ਕੀ ਮਾੜਾ ਪ੍ਰਭਾਵ ਪੈਣ ਵਾਲਾ ਸੀ ਤੇ ਇੱਥੇ ਅਰਾਜਕਤਾ ਕਿਸ ਤਰੀਕੇ ਨਾਲ ਫੈਲਾਈ ਗਈ ਸੀ, ਕਿਹੜੇ-ਕਿਹੜੇ ਗਰੁੱਪ ਸਨ ਤੇ ਕਿਹੜੇ-ਕਿਹੜੇ ਲੋਕ ਸਨ ਤੇ ਉਹਨਾਂ ਦੇ ਵਿੱਚ ਆਪਸੀ ਤਾਲਮੇਲ ਕੀ ਸੀ। ਇਸ ਦੇ ਸੰਬੰਧ ਦੇ ਵਿੱਚ ਇਹ ਇੱਕ ਵਾਈਟ ਪੇਪਰ ਜਾਰੀ ਕੀਤਾ ਸੀ, ਜਿਸ ਦੇ ਵਿੱਚੋਂ ਮੈਂ ਕੁਝ ਹਵਾਲੇ ਪੜ੍ਹ ਕੇ ਆਪਣੇ ਦਰਸ਼ਕਾਂ ਲਈ ਦੱਸ ਦੇਣਾ ਹਾਂ। ਪੰਜਾਬ ਵਿੱਚ ਪਿਛਲੇ 3 ਵਰ੍ਹਿਆਂ ਦੇ ਦੌਰਾਨ ਲਗਾਤਾਰ ਅੰਦੋਲਨ ਹੁੰਦੇ ਰਹੇ ਹਨ। ਇੱਥੇ ਸਪਸ਼ਟ ਤੌਰ ਤੇ 4 ਤੱਤ ਦੇਖਣ ਵਿੱਚ ਆਏ ਸਨ। ਕਦੇ-ਕਦੇ ਅਜਿਹਾ ਲੱਗਦਾ ਸੀ ਕਿ ਇਹਨਾਂ ਵਿੱਚ ਆਪੋ ਵਿੱਚ ਕੋਈ ਸੰਬੰਧ ਨਹੀਂ ਹੈ, ਪਰ ਆਖਰ ਵਿੱਚ ਵਿਸ਼ਲੇਸ਼ਣ ਤੋਂ ਇਹ ਸਪਸ਼ਟ ਹੋ ਗਿਆ ਕਿ ਇਹ ਇੱਕੋ ਹੀ ਤਾਣੇ ਪੇਟੇ ਦੇ ਹਿੱਸੇ ਹਨ। ਇਸ ਨਾਲ ਹਿੰਸਾ ਅਤੇ ਆਤੰਕ ਦਾ ਅਜਿਹਾ ਦੌਰ ਸ਼ੁਰੂ ਹੋ ਗਿਆ ਜਿਸ ਨਾਲ ਨਾ ਸਿਰਫ ਪੰਜਾਬ ਸਗੋਂ ਸਾਰੇ ਦੇਸ਼ ਦੀ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸਥਿਰਤਾ ਨੂੰ ਖਤਰਾ ਪੈਦਾ ਹੋ ਗਿਆ ਸੀ। ਪਿਆਰੇ ਦਰਸ਼ਕੋ, ਇੱਥੇ ਇਹ ਗੱਲ ਇਸ ਡਾਕੂਮੈਂਟ ਦੇ ਵਿੱਚ ਬੜੇ ਸਪਸ਼ਟ ਰੂਪ ਦੇ ਵਿੱਚ ਮੰਨੀ ਗਈ ਹੈ ਕਿ ਜੋ ਹਾਲਾਤ ਉਸ ਵੇਲੇ ਪੈਦਾ ਹੋਏ ਸਨ ਉਹ ਨਾ ਸਿਰਫ ਪੰਜਾਬ ਵਾਸਤੇ ਘਾਤਕ ਸਨ ਬਲਕਿ ਪੂਰੇ ਦੇਸ਼ ਵਾਸਤੇ ਘਾਤਕ ਸਨ। ਇਸ ਦਾ ਅਰਥ ਇਹ ਨਿਕਲਦਾ ਹੈ ਕਿ ਉਹ ਮਸਲਾ, ਉਹ ਸਮੱਸਿਆ ਕੇਵਲ ਪੰਜਾਬ ਰਾਜ ਦੀ ਸਮੱਸਿਆ ਨਹੀਂ ਸੀ ਬਲਕਿ ਕੁੱਲ ਹਿੰਦੁਸਤਾਨ ਦੀ ਸਮੱਸਿਆ ਸੀ। ਪਰ ਸਾਡਾ ਸਵਾਲ ਉਹੀ ਕਿ ਫਿਰ ਜੇ ਉਹ ਭਾਰਤ ਦੀ ਸਮੱਸਿਆ ਸੀ ਤਾਂ ਉਸ ਦੇ ਵਾਸਤੇ ਜੋ ਆਰਥਿਕ ਬੋਝ ਪਾਇਆ ਗਿਆ ਉਹ ਕੇਵਲ ਪੰਜਾਬ ਤੇ ਹੀ ਕਿਉਂ ਪਾਇਆ ਗਿਆ ਸੀ। ਇਹ ਤਿਆਰ ਕੀਤੇ ਜਾਣ ਵਾਲੇ ਮੌਜੂਦਾ ਸਰਕਾਰ ਦੇ ਉਸ ਡਾਕੂਮੈਂਟ ਦੇ ਵਿੱਚ ਗੱਲ ਆਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਸਪਸ਼ਟ ਹੋ ਸਕੇ। ਇਹ ਜੋ ਹਾਲਾਤ ਬਣੇ ਸਨ ਉਸ ਦੇ ਜਿਹੜੇ ਤੱਤਾਂ ਦੀ ਗੱਲ ਕੀਤੀ ਹੈ ਇਸ ਡਾਕੂਮੈਂਟ ਦੇ ਵਿੱਚ, 4 ਤੱਤਾਂ ਦੀ ਗੱਲ ਕੀਤੀ ਹੈ। ਮੈਂ ਉਹ 4 ਤੱਤ ਵੀ ਪੜ੍ਹ ਦਿੰਦਾ ਹਾਂ ਜਿਨ੍ਹਾਂ ਦਾ ਆਪਸ ਦੇ ਵਿੱਚ ਸੰਬੰਧ ਹੋਣ ਦੀ ਗੱਲ ਇਸ ਡਾਕੂਮੈਂਟ ਦੇ ਵਿੱਚ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਕੁਝ ਮੰਗਾਂ ਦੀ ਹਮਾਇਤ ਵਿੱਚ ਚਲਾਇਆ ਗਿਆ ਅੰਦੋਲਨ ਜਿਹੜੀਆਂ ਸਰਕਾਰ ਨੂੰ ਪੇਸ਼ ਕੀਤੀਆਂ ਗਈਆਂ ਸਨ ਅਤੇ ਜਿਨ੍ਹਾਂ ਤੇ ਵਿਚਾਰ ਗੱਲਬਾਤ ਚੱਲ ਰਹੀ ਸੀ। ਇਹ ਪਹਿਲਾ ਤੱਤ। ਦੂਸਰਾ ਤੱਤ, ਇੱਕ ਜ਼ਬਰਦਸਤ ਫਿਰਕੂ ਅਤੇ ਅੱਤਵਾਦੀ ਅੰਦੋਲਨ ਜਿਸ ਵਿੱਚ ਖੁੱਲ੍ਹੇਆਮ ਹਿੰਸਾ ਦੀ ਵਕਾਲਤ ਕੀਤੀ ਜਾਣ ਲੱਗੀ ਅਤੇ ਬੇਕਸੂਰ ਅਤੇ ਬੇਸਹਾਰਾ ਸ਼ਹਿਰੀਆਂ ਦੇ ਵਿਰੁੱਧ ਅਤੇ ਰਾਜ ਦੇ ਖਿਲਾਫ ਬਜਰ ਅਪਰਾਧ ਕੀਤੇ ਗਏ। ਤੀਸਰਾ ਤੱਤ, ਵਿਦੇਸ਼ੀ ਹਮਾਇਤ ਨਾਲ ਸਿੱਖਾਂ ਦੇ ਲਈ ਇੱਕ ਸੁਤੰਤਰ ਰਾਜ ਦੇ ਐਲਾਨਿਆ ਉਦੇਸ਼ ਨਾਲ ਚਲਾਈ ਜਾ ਰਹੀ ਵੱਖਵਾਦੀ ਅਤੇ ਕੌਮ ਵਿਰੋਧੀ ਕਾਰਵਾਈ। ਚੌਥਾ ਤੱਤ, ਇਹਨਾਂ ਵਿੱਚ ਅਪਰਾਧੀਆਂ, ਤਸਕਰਾਂ, ਹੋਰ ਸਮਾਜ ਵਿਰੋਧੀ ਤੱਤਾਂ ਅਤੇ ਨਕਸਲਵਾਦੀਆਂ ਦਾ ਸ਼ਾਮਿਲ ਹੋਣਾ ਜਿਸ ਨੇ ਸਵਾਰਥ ਦੀ ਪੂਰਤੀ ਲਈ ਹਾਲਾਤ ਦਾ ਨਾਜਾਇਜ਼ ਫਾਇਦਾ ਲਿਆ। ਇਹਨਾਂ 4 ਤੱਤਾਂ ਦੀ ਗੱਲ ਕੀਤੀ ਹੈ ਇਸ ਡਾਕੂਮੈਂਟ ਦੇ ਵਿੱਚ, ਜਿਨ੍ਹਾਂ ਦੇ ਕਾਰਨ ਇੱਕ ਬਹੁਤ ਵੱਡਾ ਫੌਜੀ ਐਕਸ਼ਨ
ਦਰਬਾਰ ਸਾਹਿਬ ਤੇ ਸਮਕਾਲੀ ਸਰਕਾਰ ਵੱਲੋਂ ਕੀਤਾ ਗਿਆ ਸੀ। ਉਸ ਦੀ ਸਾਰੀ ਕਾਰਵਾਈ ਬੇਸ਼ੱਕ ਕੇਂਦਰ ਸਰਕਾਰ ਨੇ ਤਿਆਰ ਕੀਤੀ ਸੀ, ਪਰ ਸਮਕਾਲੀ ਪੰਜਾਬ ਸਰਕਾਰ ਵੀ ਉਸ ਵਿੱਚ ਪੂਰੀ ਤਰ੍ਹਾਂ ਹਾਮੀ ਭਰਦੀ ਸੀ ਤੇ ਅੰਤ ਵਿੱਚ ਬਹੁਤ ਸਾਰੇ ਮਾਰੇ ਗਏ ਫੌਜੀ, ਸਿਵਿਲੀਅਨ ਤੇ ਹੋਰ ਲੋਕ, ਉਹਨਾਂ ਦਾ ਜ਼ਿਕਰ ਵੀ ਇਹਦੇ ਵਿੱਚ ਦਰਜ ਹੈ। ਫੋਟੋਆਂ ਨੇ ਜਿਸ ਤਰੀਕੇ ਦੇ ਨਾਲ ਬੰਕਰ ਆਦਿ ਬਣਾਏ ਗਏ ਸੀ ਤੇ ਜੋ ਚੀਜ਼ਾਂ ਉਥੋਂ ਬਾਅਦ ਦੇ ਵਿੱਚ ਰਿਕਵਰ ਹੋਈਆਂ, ਅਸਲਾ ਆਦਿ, ਇਹ ਸਾਰਾ ਵਾਈਟ ਪੇਪਰ ਸਮਕਾਲੀ ਸਰਕਾਰ ਦੁਆਰਾ ਕੱਢਿਆ ਗਿਆ ਲੋਕਾਂ ਨੂੰ ਸੱਚ ਦੱਸਣ ਵਾਸਤੇ। ਸ਼ਾਇਦ ਕੋਈ ਵੀ ਦੱਸਿਆ ਗਿਆ ਸੱਚ ਮੁਕੰਮਲ ਸੱਚ ਨਹੀਂ ਹੁੰਦਾ। ਲੋਕ ਹਮੇਸ਼ਾ ਹੀ ਸੱਚਾ ਸੱਚ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਸੱਚ ਸੱਚ ਹੀ ਹੁੰਦਾ ਹੈ ਔਰ ਸੱਚ ਹੀ ਹੋਣਾ ਚਾਹੀਦਾ ਹੈ। ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਗੰਦਲਾਪਨ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਆਈਆਂ ਸਰਕਾਰਾਂ ਨੇ ਵੀ ਆਪਣੇ ਆਪਣੇ ਲਿਹਾਜ਼ ਨਾਲ ਬਹੁਤ ਸਾਰਾ ਮਟੀਰੀਅਲ ਛਾਪਿਆ ਤੇ ਆਪਣੀਆਂ ਆਪਣੇ ਪੱਖਾਂ ਨੂੰ ਮਨੋਰਥ ਪੱਤਰਾਂ ਦੇ ਵਿੱਚ ਵੀ ਉਹਨਾਂ ਨੇ ਸ਼ਾਮਿਲ ਕੀਤਾ। ਪਿਆਰੇ ਦਰਸ਼ਕੋ, ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਇਹ ਪੂਰੇ ਭਾਰਤ ਦਾ ਮਸਲਾ ਸੀ ਤਾਂ ਇਸ ਦਾ ਬੋਝ ਕੇਵਲ ਤੇ ਕੇਵਲ ਪੰਜਾਬ ਉੱਪਰ ਹੀ ਕਿਉਂ ਪਾਇਆ ਗਿਆ? ਪੰਜਾਬ ਦੇ ਲੋਕਾਂ ਉੱਪਰ ਹੀ ਕਿਉਂ ਪਾਇਆ ਗਿਆ? ਤੁਹਾਡੇ ਉੱਤੇ ਕਿਉਂ ਪਾਇਆ ਗਿਆ ਇਹ ਬੋਝ? ਕਿਉਂ ਨਹੀਂ ਉਸ ਸਮੇਂ ਹਿੰਦੁਸਤਾਨ ਦੀ ਸਰਕਾਰ ਨੇ ਇਸ ਸਾਰੀ ਸਮੱਸਿਆ ਲਈ ਬੋਝ ਆਪਣੇ ਉੱਤੇ ਲਿਆ? ਕਿਉਂਕਿ ਪੰਜਾਬ ਆਪਣੇ ਲਈ ਨਹੀਂ ਸੀ ਜੂਝ ਰਿਹਾ, ਪੰਜਾਬ ਭਾਰਤ ਲਈ ਜੂਝ ਰਿਹਾ ਸੀ। ਕੋਈ ਸਮੱਸਿਆ ਸਿਰਫ ਪੰਜਾਬ ਦੀ ਨਹੀਂ ਸੀ, ਇਹ ਸਮੱਸਿਆ ਪੂਰੇ ਦੇਸ਼ ਦੀ ਸਮੱਸਿਆ ਸੀ। ਪੰਜਾਬ ਉੱਪਰ ਬੋਝ ਪਾਉਣ ਦਾ ਅਰਥ ਇਹ ਨਿਕਲਦਾ ਹੈ ਕਿ ਆਪਣੇ ਆਪ ਹੀ ਭਾਰਤ ਨੇ ਪੰਜਾਬ ਨੂੰ ਆਪਣੇ ਨਾਲੋਂ ਜਿਵੇਂ ਤੋੜ ਦਿੱਤਾ ਸੀ। ਇਹ ਕਿੰਨਾ ਕੁ ਵਾਜਬ ਸੀ, ਇਸ ਦੇ ਬਾਰੇ ਤੁਸੀਂ ਸਾਰੇ ਚਿੰਤਨ ਕਰ ਸਕਦੇ ਹੋ। ਅਸੀਂ ਆਪਣੇ ਪਰਿਵਾਰ ਵਿੱਚ ਜਦੋਂ ਕੋਈ ਸਮੱਸਿਆ ਨੂੰ ਨਜਿੱਠਣਾ ਹੁੰਦਾ ਹੈ ਤਾਂ ਕਿਸੇ ਪਰਿਵਾਰ ਦੇ ਮੈਂਬਰ ਤੇ ਆਈ ਕੋਈ ਵੀ ਭੀੜ ਇਹ ਕਹਿ ਕੇ ਨਹੀਂ ਟਾਲੀ ਜਾ ਸਕਦੀ ਕਿ ਇਹ ਉਸ ਮੈਂਬਰ ਦਾ ਹੀ ਵਿਸ਼ਾ ਹੈ ਤੇ ਇਕੱਲਾ ਉਹ ਇਸ ਨੂੰ ਨਜਿੱਠ ਲੈ। ਇਸ ਤਰ੍ਹਾਂ ਪਰਿਵਾਰਕ ਸਾਂਝ ਬਣਦੀ ਨਹੀਂ, ਟੁੱਟਦੀ ਹੈ ਤੇ ਇਹ ਪਰਿਵਾਰਕ ਸਾਂਝ ਤੋੜਨਾ ਭਾਰਤ ਸਰਕਾਰ ਲਈ ਕਿੰਨਾ ਕੁ ਵਾਜਬ ਸੀ, ਇਹ ਚਿੰਤਨ ਦਾ ਵਿਸ਼ਾ ਹੈ ਤੇ ਇਸੇ ਚਿੰਤਨ ਦੇ ਵਿਸ਼ੇ ਨੇ ਸਾਨੂੰ ਲੰਮੀ ਚਿੰਤਾ ਦੇ ਵਿੱਚ ਪਾ ਦਿੱਤਾ। ਅੱਜ ਪੰਜਾਬ ਜੇ ਇਸ ਮੰਦਹਾਲੀ ਦੇ ਵਿੱਚ ਆਇਆ ਹੈ ਤਾਂ ਉਹ ਇਸੇ ਸੋਚ ਦਾ ਨਤੀਜਾ ਸੀ। ਇਹ ਕਿੰਨਾ ਵਾਜਬ ਸੀ, ਇਸ ਦੇ ਬਾਰੇ ਵਿਦਵਾਨਾਂ ਦੁਆਰਾ ਚਰਚਾ ਬਣਦੀ ਹੈ ਤੇ ਵਿਦਵਾਨਾਂ ਦੁਆਰਾ ਚਰਚਾ ਕੀਤੀ ਜਾਣੀ ਚਾਹੀਦੀ ਹੈ। ਜੇ ਮੌਜੂਦਾ ਪੰਜਾਬ ਸਰਕਾਰ ਅਜਿਹਾ ਕੋਈ ਵਾਈਟ ਪੇਪਰ ਜਿਸ ਦੇ ਵਿੱਚ ਉਹ ਸਾਰੇ ਖਰਚੇ ਜੋ ਸਮੇਂ-ਸਮੇਂ ਭਾਰਤ ਸਰਕਾਰ ਕਰਜ਼ੇ ਦੇ ਤੌਰ ਤੇ ਪੰਜਾਬ ਸਰਕਾਰ ਨੂੰ ਦਿੰਦੀ ਰਹੀ ਹੈ ਉਹਨਾਂ ਦਾ ਜ਼ਿਕਰ ਹੋਏ ਤਾਂ ਗੱਲਾਂ ਸਪਸ਼ਟ ਹੋ ਸਕਦੀਆਂ ਹਨ ਕਿ ਪੰਜਾਬ ਉੱਪਰ ਕਿਸ-ਕਿਸ ਸਮੇਂ ਕਿੰਨਾ ਆਰਥਿਕ ਬੋਝ ਕਿੰਨਾ ਕਾਰਨਾਂ ਕਰਕੇ ਪੈਂਦਾ ਰਿਹਾ ਤੇ ਉਹ ਕਾਰਨ ਨਜਿੱਠਣਾ ਸਿਰਫ ਪੰਜਾਬ ਦੇ ਲੋਕਾਂ ਦਾ ਹੀ ਕੰਮ ਸੀ ਕਿ ਉਸ ਵਿੱਚ ਭਾਰਤ ਸਰਕਾਰ ਦੀ ਕੋਈ ਹਿੱਸੇਦਾਰੀ, ਸਾਂਝੇਦਾਰੀ ਨਹੀਂ ਸੀ ਬਣਦੀ। ਇਹ ਸੋਚਣਾ ਪਵੇਗਾ, ਇਹ ਪਰਖਣਾ ਪਵੇਗਾ ਤੇ ਇਸ ਦੇ ਵਿੱਚ ਜਾਇਜ਼
ਤੇ ਨਾਜਾਇਜ਼ ਗੱਲਾਂ ਦਾ ਵਿਸ਼ਲੇਸ਼ਣ ਕਰਨਾ ਪਏਗਾ। ਦੇਸ਼ ਤੇ ਕੌਮ ਨੂੰ ਇਕਮੁੱਠ ਰੱਖਣ ਵਾਸਤੇ ਕੇਂਦਰ ਸਰਕਾਰਾਂ ਦਾ ਫਰਜ਼ ਹੁੰਦਾ ਹੈ। ਉਹ ਫਰਜ਼ ਕੇਂਦਰ ਸਰਕਾਰ ਨੇ ਪੰਜਾਬ ਦੇ ਪ੍ਰਤੀ ਕਿੰਨਾ ਨਿਭਾਇਆ, ਕਿੰਨਾ ਨਹੀਂ ਨਿਭਾਇਆ, ਉਸ ਵਾਈਟ ਪੇਪਰ ਦੇ ਵਿੱਚ ਜੋ ਮੌਜੂਦਾ ਪੰਜਾਬ ਸਰਕਾਰ ਆਰਥਿਕ ਵਾਈਟ ਪੇਪਰ ਤਿਆਰ ਕਰੇਗੀ ਕਰਜ਼ੇ ਦੇ ਸੰਬੰਧ ਦੇ ਵਿੱਚ, ਉਹਦੇ ਵਿੱਚ ਦਰਜ ਕਰਨਾ ਬਹੁਤ ਜ਼ਰੂਰੀ ਹੋਏਗਾ। ਸਧਾਰਨ ਵਿਅਕਤੀ ਵਾਸਤੇ ਅਜਿਹਾ ਕੋਈ ਵੀ ਡਾਕੂਮੈਂਟ ਅੱਜ ਤੱਕ ਸਾਡੀ ਨਜ਼ਰ ਵਿੱਚ ਨਹੀਂ ਆਇਆ ਜੋ ਆਰਥਿਕ ਮੰਦਹਾਲੀ ਦਾ ਸੱਚੋ ਸੱਚ ਬਿਆਨ ਕਰਦਾ ਹੋਵੇ। ਸਾਨੂੰ ਖੁਸ਼ੀ ਹੈ ਕਿ ਅੱਜ ਪੰਜਾਬ ਦੀ ਸਰਕਾਰ ਇਸ ਆਰਥਿਕ ਮੰਦਹਾਲੀ ਤੇ ਉਸ ਕਰਜ਼ੇ ਦੀ ਸਮੁੱਚੀ ਜਾਣਕਾਰੀ ਖੋਜ ਰਹੀ ਹੈ। ਸਾਨੂੰ ਉਮੀਦ ਹੈ ਕਿ ਉਸ ਜਾਣਕਾਰੀ ਨੂੰ ਖੋਜਣ ਉਪਰੰਤ ਉਹ ਸਾਰਾ ਵੇਰਵਾ ਆਮ ਜਨਤਾ ਦੇ ਸਾਹਮਣੇ ਜ਼ਰੂਰ ਰੱਖਿਆ ਜਾਏਗਾ ਤਾਂ ਕਿ ਆਮ ਲੋਕ ਇਹ ਜਾਣ ਸਕਣ ਕਿ ਜੇ ਉਹ ਅੱਜ ਕਰਜ਼ਈ ਨੇ ਤਾਂ ਇਹ ਕਰਜ਼ਾ ਉਹਨਾਂ ਤੇ ਕਿਸ ਤਰ੍ਹਾਂ ਚੜਿਆ, ਤੇ ਉਹ ਜਾਣ ਸਕਣ ਕਿ ਕੇਂਦਰ ਵੱਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਸ ਤਰ੍ਹਾਂ ਹੁੰਦਾ ਰਿਹਾ। ਇਹ ਸੱਚ ਸਾਰਿਆਂ ਦੇ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ। ਅਸੀਂ ਆਸ ਕਰਦੇ ਹਾਂ ਕਿ ਮੌਜੂਦਾ ਪੰਜਾਬ ਸਰਕਾਰ ਦੁਆਰਾ ਇਹ ਸੰਪੂਰਨ ਸੱਚ ਲੋਕਾਂ ਦੇ ਸਾਹਮਣੇ ਛੇਤੀ ਹੀ ਲਿਆਂਦਾ ਜਾਏਗਾ ਤੇ ਇਹ ਬਹੁਤ ਹੀ ਤਸੱਲੀ ਦਾ ਬਾਇਸ ਹੈ ਕਿ ਅਜਿਹਾ ਸੱਚ ਲੋਕਾਂ ਸਾਹਮਣੇ ਲਿਆਉਣ ਦੀ ਕਿਸੇ ਸਰਕਾਰ ਨੇ ਹਿੰਮਤ ਵਿਖਾਈ ਹੈ। ਧੰਨਵਾਦ, ਸ਼ੁਕਰੀਆ, ਰੱਬ ਰਾਖਾ।